ਹੈਲੋ ਸਟੂਡੈਂਟਸ, ਪਾਰਟ ਨੰਬਰ 1 ਦੇ ਵਿੱਚ ਤੁਹਾਨੂੰ ਐਕਟਿਵ ਐਂਡ ਪੈਸਿਵ ਵੌਇਸ ਦੇ ਨਾਲ ਰਿਲੇਟਡ ਜੋ ਬੇਸਿਕ ਰੂਲਸ ਨੇ ਐਂਡ ਐਕਟਿਵ ਵੌਇਸ ਦੇ ਜੋ ਸੈਂਟੈਂਸਸ ਸਿੰਪਲ ਪ੍ਰੈਜ਼ੈਂਟ, ਸਿੰਪਲ ਪਾਸਟ ਐਂਡ ਸਿੰਪਲ ਫਿਊਚਰ ਟੈਂਸ ਦੇ ਨਾਲ ਰਿਲੇਟਡ ਨੇ, ਉਹਨਾਂ ਨੂੰ ਪੈਸਿਵ ਵੌਇਸ ਵਿੱਚ ਚੇਂਜ ਕਰਨ ਲਈ ਜੋ ਰੂਲਸ ਨਿਯਮ ਫੋਲੋ ਕੀਤੇ ਜਾਂਦੇ ਨੇ ਉਹਨਾਂ ਬਾਰੇ ਸਮਝਾਇਆ ਗਿਆ। ਅੱਜ ਦੇ ਪਾਰਟ ਨੰਬਰ 2 ਦੇ ਵਿੱਚ ਤੁਹਾਨੂੰ ਜੋ ਐਕਟਿਵ ਵੌਇਸ ਦੇ ਸੈਂਟੈਂਸਸ ਬਾਕੀ ਟੈਂਸਸ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਪੈਸਿਵ ਵੌਇਸ ਦੇ ਸੈਂਟੈਂਸਸ ਵਿੱਚ ਕਿਸ ਤਰ੍ਹਾਂ ਚੇਂਜ ਕੀਤਾ ਜਾਂਦਾ, ਕਿਹੜੇ ਰੂਲਸ ਅਪਲਾਈ ਕੀਤੇ ਜਾਂਦੇ ਨੇ ਉਹਨਾਂ ਬਾਰੇ ਸਮਝਾਇਆ ਜਾਵੇਗਾ। ਸਟੂਡੈਂਟਸ, ਐਕਟਿਵ ਐਂਡ ਪੈਸਿਵ ਵੌਇਸ ਦੇ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਤੁਹਾਡੇ ਲਈ ਪਾਰਟ ਨੰਬਰ 1 ਐਂਡ ਪਾਰਟ ਨੰਬਰ 2 ਦੋਨੋਂ ਵੀਡੀਓਜ਼ ਨੂੰ ਦੇਖਣਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਐਕਟਿਵ ਐਂਡ ਪੈਸਿਵ ਵੌਇਸ ਦਾ ਟੌਪਿਕ ਚੰਗੀ ਤਰ੍ਹਾਂ ਸਮਝ ਆ ਸਕੇ। ਸਟੂਡੈਂਟਸ, ਅੱਜ ਅਸੀਂ ਗੱਲ ਕਰਾਂਗੇ ਕਿ ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਜੋ ਰੂਲਸ ਫੋਲੋ ਕਰਾਂਗੇ ਉਹਨਾਂ ਬਾਰੇ ਡਿਸਕਸ ਕਰਾਂਗੇ। ਸਟੂਡੈਂਟਸ, ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲਸ ਫੋਲੋ ਕਰਾਂਗੇ। ਸ਼ੁਰੂ ਕਰਦੇ ਹਾਂ ਕਿ ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਰੂਲ ਫੋਲੋ ਕਰਾਂਗੇ। ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਵਿੱਚ ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ ਲੱਗਾ ਹੋਇਆ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਇਜ਼ ਪਲੇਇੰਗ ਹਾਕੀ, ਇਹ ਐਕਟਿਵ ਵੌਇਸ ਦਾ ਸੈਂਟੈਂਸ ਹੈ। ਹਾਕੀ ਇਜ਼ ਬੀਇੰਗ ਪਲੇਡ ਬਾਏ ਹਿਮ, ਇਹ ਪੈਸਿਵ ਵੌਇਸ ਦਾ ਸੈਂਟੈਂਸ ਹੈ। ਇਸ ਸਬਜੈਕਟ ਐਂਡ ਆਬਜੈਕਟ ਬਾਰੇ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਕਲੀਅਰ ਕਰ ਚੁੱਕੇ ਹਾਂ। ਅੱਗੇ ਅਸੀਂ ਗੱਲ ਕਰਾਂਗੇ ਨੈਗੇਟਿਵ ਸੈਂਟੈਂਸ। ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ। ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਨਾਟ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਇਜ਼ ਨਾਟ ਪਲੇਇੰਗ ਹਾਕੀ, ਹਾਕੀ ਇਜ਼ ਨਾਟ ਬੀਇੰਗ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ ਦੀ। ਇਜ਼, ਐਮ, ਆਰ ਪਲੱਸ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ ਐਂਡ 'ਤੇ ਇੰਟੈਰੋਗੇਟਿਵ ਸਾਈਨ। ਇਜ਼, ਐਮ, ਆਰ ਪਲੱਸ ਸਬਜੈਕਟ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਐਂਡ 'ਤੇ ਇੰਟੈਰੋਗੇਟਿਵ ਸਾਈਨ। ਫੋਰ ਐਗਜ਼ਾਮਪਲ ਇਹ ਸੈਂਟੈਂਸ ਇਜ਼ ਹੀ ਪਲੇਇੰਗ ਹਾਕੀ, ਇਜ਼ ਹਾਕੀ ਬੀਇੰਗ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਯੂਜ਼ ਆਫ ਇਜ਼, ਐਮ, ਆਰ ਕਿ ਅਸੀਂ ਇਜ਼, ਐਮ, ਆਰ ਨੂੰ ਕਦੋਂ ਯੂਜ਼ ਕਰਨਾ, ਕਿੱਥੇ ਯੂਜ਼ ਕਰਨਾ। ਆਈ ਦੇ ਨਾਲ ਅਸੀਂ ਐਮ ਯੂਜ਼ ਕਰਾਂਗੇ। ਹੀ, ਸ਼ੀ, ਇਟ ਐਂਡ ਸਿੰਗੂਲਰ ਨਾਊਨਸ ਦੇ ਨਾਲ ਅਸੀਂ ਇਜ਼ ਯੂਜ਼ ਕਰਾਂਗੇ ਐਂਡ ਵੀ, ਯੂ, ਦੇ ਐਂਡ ਪਲੂਰਲ ਨਾਊਨਸ ਦੇ ਨਾਲ ਅਸੀਂ ਆਰ ਯੂਜ਼ ਕਰਾਂਗੇ। ਸਟੂਡੈਂਟਸ, ਅੱਗੇ ਅਸੀਂ ਗੱਲ ਕਰਾਂਗੇ ਕਿ ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪਾਸਟ ਕੰਟੀਨਿਊਅਸ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਵਿੱਚ ਭਾਵ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲਸ ਫੋਲੋ ਕਰਾਂਗੇ। ਜੇਕਰ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ
प्लस वाज और वर प्लस वर्ब ਦੀ ਫਸਟ ਫਾਰਮ ਦੇ ਨਾਲ ing ਪਲੱਸ ਆਬਜੈਕਟ ਲੱਗਾ ਹੋਇਆ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਸਬਜੈਕਟ ਪਲੱਸ ਵਾਜ਼ ਔਰ ਵਰ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਈ ਪਲੱਸ ਆਬਜੈਕਟ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਹੀ ਵਾਜ਼ ਪਲੇਇੰਗ ਹਾਕੀ, ਐਕਟਿਵ ਵੌਇਸ ਦਾ ਸੈਂਟੈਂਸ। ਹਾਕੀ ਵਾਜ਼ ਬੀਇੰਗ ਪਲੇਡ ਬਾਈ ਹਿਮ, ਪੈਸਿਵ ਵੌਇਸ ਦਾ ਸੈਂਟੈਂਸ। ਅੱਗੇ ਅਸੀਂ ਗੱਲ ਕਰਾਂਗੇ ਨੈਗੇਟਿਵ ਸੈਂਟੈਂਸ। ਸਬਜੈਕਟ ਪਲੱਸ ਵਾਜ਼ ਔਰ ਵਰ ਪਲੱਸ ਨੋਟ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ing ਪਲੱਸ ਆਬਜੈਕਟ। ਸਬਜੈਕਟ ਪਲੱਸ ਵਾਜ਼ ਔਰ ਵਰ ਪਲੱਸ ਨੋਟ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਵਾਜ਼ ਨਾਟ ਪਲੇਇੰਗ ਹਾਕੀ, ਹਾਕੀ ਵਾਜ਼ ਨਾਟ ਬੀਇੰਗ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ। ਵਾਜ਼ ਔਰ ਵਰ ਪਲੱਸ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ing ਪਲੱਸ ਆਬਜੈਕਟ ਐਂਡ 'ਤੇ ਇੰਟੈਰੋਗੇਟਿਵ ਸਾਈਨ। ਵਾਜ਼ ਔਰ ਵਰ ਪਲੱਸ ਸਬਜੈਕਟ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਐਂਡ 'ਤੇ ਇੰਟੈਰੋਗੇਟਿਵ ਸਾਈਨ। ਫੋਰ ਐਗਜ਼ਾਮਪਲ ਇਹ ਸੈਂਟੈਂਸ ਵਾਜ਼ ਹੀ ਪਲੇਇੰਗ ਹਾਕੀ, ਵਾਜ਼ ਹਾਕੀ ਬੀਇੰਗ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਯੂਜ਼ ਆਫ ਵਾਜ਼ ਐਂਡ ਵਰ ਕਿ ਅਸੀਂ ਵਾਜ਼ ਐਂਡ ਵਰ ਨੂੰ ਕਦੋਂ ਕਿੱਥੇ ਯੂਜ਼ ਕਰਨਾ। ਆਈ, ਹੀ, ਸ਼ੀ, ਇਟ ਐਂਡ ਸਿੰਗੂਲਰ ਨਾਊਨ ਦੇ ਨਾਲ ਅਸੀਂ ਵਾਜ਼ ਯੂਜ਼ ਕਰਾਂਗੇ। ਵੀ, ਯੂ, ਦੇ ਐਂਡ ਪਲੂਰਲ ਨਾਊਨ ਦੇ ਨਾਲ ਅਸੀਂ ਵਰ ਯੂਜ਼ ਕਰਾਂਗੇ। ਸਟੂਡੈਂਟਸ ਅੱਗੇ ਅਸੀਂ ਗੱਲ ਕਰਾਂਗੇ ਫਿਊਚਰ ਕੰਟੀਨਿਊਅਸ ਟੈਂਸ। ਇਹ ਪੁਆਇੰਟ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ, ਨੋਟ ਕਰ ਲੈਣਾ। sentences belonging to this tense cannot be changed into passive voice। ਇਸ ਟੈਂਸ ਦੇ ਨਾਲ ਰਿਲੇਟਡ ਜੋ ਐਕਟਿਵ ਵੌਇਸ ਦਾ ਸੈਂਟੈਂਸ ਹੈ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਨਹੀਂ ਕਰ ਸਕਦੇ। ਭਾਵ ਜੋ ਸੈਂਟੈਂਸ ਫਿਊਚਰ ਕੰਟੀਨਿਊਸ ਟੈਂਸ ਦੇ ਨਾਲ ਰਿਲੇਟਡ ਹੈ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਨਹੀਂ ਕੀਤਾ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ। ਇਹ ਪੁਆਇੰਟ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ। ਅੱਗੇ ਅਸੀਂ ਗੱਲ ਕਰਾਂਗੇ ਪ੍ਰੈਜੈਂਟ ਪਰਫੈਕਟ ਟੈਂਸ। ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪ੍ਰੈਜੈਂਟ ਪਰਫੈਕਟ ਟੈਂਸ ਦੇ ਵਿੱਚ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲਸ ਫੋਲੋ ਕਰਾਂਗੇ। ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਭਾਵ ਜੇਕਰ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ ਪਲੱਸ ਹੈਜ਼ ਔਰ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਲੱਗਾ ਹੋਇਆ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਇਹ ਰੂਲ ਫੋਲੋ ਕਰਾਂਗੇ। ਸਬਜੈਕਟ ਪਲੱਸ ਹੈਜ਼ ਔਰ ਹੈਵ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਜੋ ਐਕਟਿਵ ਵੌਇਸ ਦਾ ਸੈਂਟੈਂਸ ਪ੍ਰੈਜੈਂਟ ਪਰਫੈਕਟ ਟੈਂਸ ਦੇ ਨਾਲ ਰਿਲੇਟਡ ਹੈ, ਜਿਸ ਸਮੇਂ ਉਸ ਨੂੰ ਅਸੀਂ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਦੇ ਹਾਂ ਤਾਂ ਸਾਨੂੰ ਵਰਬ ਦੀ ਫਾਰਮ ਚੇਂਜ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਵੀ ਵਰਬ ਦੀ ਥਰਡ ਫਾਰਮ ਲੱਗੀ ਹੁੰਦੀ ਹੈ। ਸੋ ਅਸੀਂ ਇਹੀ ਫਾਰਮ ਯੂਜ਼ ਕਰਾਂਗੇ ਕਿਉਂਕਿ ਪੈਸਿਵ ਵੌਇਸ ਦੇ ਵਿੱਚ ਅਸੀਂ ਹਮੇਸ਼ਾ ਥਰਡ ਫਾਰਮ ਹੀ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਹੈਜ਼ ਪਲੇਡ ਹਾਕੀ, ਹਾਕੀ ਹੈਜ਼ ਬਿਨ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਨੈਗੇਟਿਵ ਸੈਂਟੈਂਸ ਦੀ। ਸਬਜੈਕਟ ਪਲੱਸ ਹੈਜ਼ ਔਰ ਹੈਵ ਪਲੱਸ ਨਾਟ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਸਬਜੈਕਟ ਪਲੱਸ ਹੈਜ਼ ਔਰ ਹੈਵ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਹੈਜ਼ ਨਾਟ ਪਲੇਡ ਹਾਕੀ, ਹਾਕੀ ਹੈਜ਼ ਨਾਟ ਬਿਨ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ। ਹੈਜ਼ ਔਰ ਹੈਵ ਪਲੱਸ ਸਬਜੈਕਟ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਐਂਡ 'ਤੇ ਇੰਟੈਰੋਗੇਟਿਵ ਸਾਈਨ। हैज़ और हैव प्लस सब्जेक्ट प्लस बिन प्लस वर्ब दी थर्ड फॉर्म प्लस बाय प्लस ऑब्जेक्ट एंड द इंटरोगेटिव साइन। फॉर एग्जांपल ए सेंटेंस हैज़ ही प्लेड हॉकी, हैज़ हॉकी बिन प्लेड बाय हिम। अगे असीं गल करांगे यूज़ ऑफ हैज़ एंड हैव। आई वी यू दे एंड प्लूरल नाउन दे नाल असीं हैव यूज़ करांगे।
ਹੀ, ਸ਼ੀ, ਇਟ ਐਂਡ ਸਿੰਗੂਲਰ ਨਾਊਨਸ ਦੇ ਨਾਲ ਅਸੀਂ ਹੈਜ਼ ਯੂਜ਼ ਕਰਾਂਗੇ। ਸਟੂਡੈਂਟਸ, ਅੱਗੇ ਅਸੀਂ ਗੱਲ ਕਰਾਂਗੇ ਕਿ ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਪਾਸਟ ਪਰਫੈਕਟ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਰੂਲਸ ਫੋਲੋ ਕਰਾਂਗੇ। ਜਿਸ ਸਮੇਂ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ ਪਲੱਸ ਹੈਡ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਲੱਗਾ ਹੋਇਆ ਹੁੰਦਾ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਸਬਜੈਕਟ ਪਲੱਸ ਹੈਡ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਯੂਜ਼ ਕਰਾਂਗੇ। ਇੱਥੇ ਵੀ ਸਾਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਜੋ ਅਸੀਂ ਵਰਬ ਦੀ ਫਾਰਮ ਯੂਜ਼ ਕਰਨੀ ਹੈ ਉਹ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਜੋ ਵਰਬ ਦੀ ਫਾਰਮ ਹੈ ਥਰਡ ਉਹੀ ਯੂਜ਼ ਕਰਾਂਗੇ। ਸਾਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਜੋ ਐਕਟਿਵ ਵੌਇਸ ਦਾ ਸੈਂਟੈਂਸ ਪਾਸਟ ਪਰਫੈਕਟ ਟੈਂਸ ਦੇ ਨਾਲ ਰਿਲੇਟਡ ਹੈ ਉਸ ਦੇ ਵਿੱਚ ਹਮੇਸ਼ਾ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਹੈਡ ਪਲੇਡ ਹਾਕੀ, ਐਕਟਿਵ ਵੌਇਸ ਦਾ ਸੈਂਟੈਂਸ ਹਾਕੀ ਹੈਡ ਬਿਨ ਪਲੇਡ ਬਾਏ ਹਿਮ, ਪੈਸਿਵ ਵੌਇਸ ਦਾ ਸੈਂਟੈਂਸ। ਅੱਗੇ ਅਸੀਂ ਗੱਲ ਕਰਾਂਗੇ ਨੈਗੇਟਿਵ ਸੈਂਟੈਂਸ ਸਬਜੈਕਟ ਪਲੱਸ ਹੈਡ ਪਲੱਸ ਨਾਟ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ, ਸਬਜੈਕਟ ਪਲੱਸ ਹੈਡ ਪਲੱਸ ਨਾਟ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਫੋਰ ਐਗਜ਼ਾਮਪਲ ਇਹ ਸੈਂਟੈਂਸ he had not played hockey, hockey had not been played by him। ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ had ਪਲੱਸ ਸਬਜੈਕਟ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਐਂਡ ਤੇ ਇੰਟੈਰੋਗੇਟਿਵ ਸਾਈਨ, had ਪਲੱਸ ਸਬਜੈਕਟ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਐਂਡ ਤੇ ਇੰਟੈਰੋਗੇਟਿਵ ਸਾਈਨ। ਫੋਰ ਐਗਜ਼ਾਮਪਲ ਇਹ ਸੈਂਟੈਂਸ had he played hockey, had hockey been played by him। ਸਟੂਡੈਂਟਸ, ਅੱਗੇ ਅਸੀਂ ਗੱਲ ਕਰਾਂਗੇ ਫਿਊਚਰ ਪਰਫੈਕਟ ਟੈਂਸ। ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਫਿਊਚਰ ਪਰਫੈਕਟ ਟੈਂਸ ਦੇ ਨਾਲ ਰਿਲੇਟਡ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲਸ ਫੋਲੋ ਕਰਾਂਗੇ। ਜਿਸ ਸਮੇਂ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ ਪਲੱਸ ਵੈਲ ਔਰ ਸ਼ੈਲ ਪਲੱਸ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਲੱਗਾ ਹੋਇਆ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਸਬਜੈਕਟ ਪਲੱਸ ਵੈਲ ਔਰ ਸ਼ੈਲ ਪਲੱਸ ਹੈਵ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਹੀ ਵੈਲ ਹੈਵ ਪਲੇਡ ਹਾਕੀ, ਐਕਟਿਵ ਵੌਇਸ ਦਾ ਸੈਂਟੈਂਸ ਹਾਕੀ ਵੈਲ ਹੈਵ ਬਿਨ ਪਲੇਡ ਬਾਏ ਹਿਮ, ਪੈਸਿਵ ਵੌਇਸ ਦਾ ਸੈਂਟੈਂਸ। ਅੱਗੇ ਅਸੀਂ ਗੱਲ ਕਰਾਂਗੇ ਨੈਗੇਟਿਵ ਸੈਂਟੈਂਸ ਸਬਜੈਕਟ ਪਲੱਸ ਵੈਲ ਔਰ ਸ਼ੈਲ ਪਲੱਸ ਨਾਟ ਪਲੱਸ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ, ਸਬਜੈਕਟ ਪਲੱਸ ਵੈਲ ਔਰ ਸ਼ੈਲ ਪਲੱਸ ਨਾਟ ਪਲੱਸ ਹੈਵ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਫੋਰ ਐਗਜ਼ਾਮਪਲ ਇਹ ਸੈਂਟੈਂਸ ਹੀ ਵੈਲ ਨਾਟ ਹੈਵ ਪਲੇਡ ਹਾਕੀ, ਹਾਕੀ ਵੈਲ ਨਾਟ ਹੈਵ ਬਿਨ ਪਲੇਡ ਬਾਏ ਹਿਮ। ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ ਵੈਲ ਔਰ ਸ਼ੈਲ ਪਲੱਸ ਸਬਜੈਕਟ ਪਲੱਸ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਐਂਡ ਤੇ ਇੰਟੈਰੋਗੇਟਿਵ ਸਾਈਨ, ਵੈਲ ਔਰ ਸ਼ੈਲ ਪਲੱਸ ਸਬਜੈਕਟ ਪਲੱਸ ਹੈਵ ਪਲੱਸ ਬਿਨ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਐਂਡ ਤੇ ਇੰਟੈਰੋਗੇਟਿਵ ਸਾਈਨ। ਫੋਰ ਐਗਜ਼ਾਮਪਲ ਇਹ ਸੈਂਟੈਂਸ ਵੈਲ ਹੀ ਹੈਵ ਪਲੇਡ ਹਾਕੀ, ਵੈਲ ਹਾਕੀ ਹੈਵ ਬਿਨ ਪਲੇਡ ਬਾਏ ਹਿਮ। ਇੱਥੇ ਵੀ ਸਾਨੂੰ ਪੈਸਿਵ ਵੌਇਸ ਦੇ ਵਿੱਚ ਫਾਰਮ ਵਰਬ ਦੀ ਫਾਰਮ ਚੇਂਜ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਜੋ ਐਕਟਿਵ ਵੌਇਸ ਦਾ ਸੈਂਟੈਂਸ ਫਿਊਚਰ ਪਰਫੈਕਟ ਟੈਂਸ ਦੇ ਨਾਲ ਰਿਲੇਟਡ ਹੈ ਉਸ ਦੇ ਵਿੱਚ ਹਮੇਸ਼ਾ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਂਦੀ ਹੈ। ਸੋ ਐਕਟਿਵ ਵੌਇਸ ਦੇ ਵਿੱਚ ਜੋ ਵਰਬ ਦੀ ਥਰਡ ਫਾਰਮ ਹੈ ਉਹੀ ਅਸੀਂ ਪੈਸਿਵ ਵੌਇਸ ਦੇ ਵਿੱਚ ਯੂਜ਼ ਕਰਾਂਗੇ, ਕਿਉਂਕਿ ਪੈਸਿਵ ਵੌਇਸ ਦੇ ਵਿੱਚ ਵੀ ਅਸੀਂ ਹਮੇਸ਼ਾ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ। ਸੋ ਸਾਨੂੰ ਵਰਬ ਦੀ ਜੋ ਫਾਰਮ ਹੈ ਚੇਂਜ ਕਰਨ ਦੀ ਜ਼ਰੂਰਤ ਨਹੀਂ। ਐਕਟਿਵ ਵੌਇਸ ਸੈਂਟੈਂਸ ਦੇ ਵਿੱਚ ਜੋ ਵਰਬ ਦੀ ਥਰਡ ਫਾਰਮ ਲੱਗੀ ਹੋਇਆ ਉਹੀ ਅਸੀਂ ਪੈਸਿਵ ਵੌਇਸ ਦੇ ਵਿੱਚ ਯੂਜ਼ ਕਰਾਂਗੇ। ਸਟੂਡੈਂਟਸ, ਮੈਂ ਉਮੀਦ ਕਰਦਾ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਐਕਟਿਵ ਐਂਡ ਪੈਸਿਵ ਵੌਇਸ ਬਾਰੇ ਤੁਹਾਨੂੰ ਸਮਝਾਇਆ ਗਿਆ ਉਸ ਬਾਰੇ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਓਕੇ ਸਟੂਡੈਂਟਸ।